ਦੇਸ਼ ਦੇ ਸੁਪਨਿਆਂ ਦਾ ਨੈਸ਼ਨਲ ਹਾਈਵੇ ਆਖਰ ਕਦੋਂ ਬਣੇਗਾ? ਕਦੋਂ ਦਿੱਲੀ ਦਾ ਸਫ਼ਰ ਪੰਜਾਬੀਆਂ ਨੂੰ ਘੱਟ ਲੱਗਣ ਲੱਗੇਗਾ? ਇਹ ਸਵਾਲ ਹੁਣ ਸਰਕਾਰੀ ਦਰਬਾਰੇ ਗੂੰਜਣ ਲੱਗਿਆ ਹੈ ਕਿਉਂਕਿ ਦਿੱਲੀ ਕਟੜਾ ਐਕਸਪ੍ਰੈਸਵੇ ਨੂੰ ਬਣਨ ਦੇ ਲਈ 2 ਸਾਲ ਦਾ ਸਮਾਂ ਰਹਿ ਗਿਆ, ਪਰ ਹਲੇ ਤੱਕ ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਪੂਰੀ ਜ਼ਮੀਨ ਐਕਵਾਇਰ ਵੀ ਨਹੀਂ ਕਰ ਸਕੀ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੁਆਰਾ ਬਣਾਇਆ ਜਾ ਰਿਹਾ, ਜਿਸ ਨੂੰ ਅਕਤੂਬਰ 2025 ਤੱਕ ਪੂਰਾ ਕਰ ਦਿੱਤਾ ਜਾਣਾ ਹੈ। ਇਹ ਹਾਈਵੇ ਕੁੰਡਲੀ ਮਾਨੇਸਰ ਪਲਵਲ ਯਾਨੀ ਕਿ KMP ਐਕਸਪ੍ਰੈਸਵੇ ਤੋਂ ਸ਼ੁਰੂ ਹੋਏਗਾ। ਇਸ ਦਾ 137 ਕਿਲੋਮੀਟਰ ਦਾ ਹਿੱਸਾ ਹਰਿਆਣਾ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਇਹ ਐਕਸਪ੍ਰੈਸਵੇ ਤਕਰੀਬਨ 399 ਕਿਲੋਮੀਟਰ ਲੰਬਾ ਹੋਏਗਾ, 400 ਦੇ ਕਰੀਬ। ਪੰਜਾਬ ਦੇ ਵਿੱਚ ਇਹ ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ ਦੇ ਵਿੱਚੋਂ ਨਿਕਲੇਗਾ। 135 ਕਿਲੋਮੀਟਰ ਜਿਹੜਾ ਬਾਕੀ ਬਚਿਆ ਹਿੱਸਾ ਇਹ ਜੰਮੂ ਕਸ਼ਮੀਰ ਦੇ ਵਿੱਚੋਂ ਨਿਕਲੇਗਾ। NHAI ਯਾਨੀ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਸਭ ਤੋਂ ਵੱਡੀ ਸਿਰਦਰਦ ਕਿਸਾਨ ਬਣੇ ਹੋਏ ਨੇ, ਫਿਰ ਚਾਹੇ ਪੰਜਾਬ ਦੇ ਹੋਣ, ਹਿਮਾਚਲ ਦੇ ਹੋਣ, ਹਰਿਆਣੇ ਦੇ ਹੋਣ। ਮੰਗ ਵੀ ਜਾਇਜ਼ ਹੈ ਕਿ ਸਾਨੂੰ ਬਾਜ਼ਾਰੂ ਕੀਮਤ ਜਿੰਨਾ ਬਣਦਾ ਮੁਆਵਜ਼ਾ ਦਿਓ, ਜ਼ਮੀਨ ਛੱਡ ਦਿਆਂਗੇ। ਵੈਸੇ ਕਿਸਾਨ ਆਪਣੀ ਪੈਲੀ ਨੂੰ ਪੁੱਤਾਂ ਵਾਂਗ ਰੱਖਦਾ ਹੈ, ਪਰ ਸਰਕਾਰ ਅਤੇ ਦੇਸ਼ ਦੇ ਲੋਕਾਂ ਦੀ ਸਹੂਲਤ ਦੇ ਲਈ ਕਿਸਾਨ ਇਹ ਜ਼ਮੀਨ ਛੱਡਣ ਲਈ ਤਿਆਰ ਹੈ ਜੇ ਮੁਆਵਜ਼ਾ ਸਹੀ ਮਿਲੇ। ਪੰਜਾਬ ਵਿੱਚ ਕਈ ਥਾਵਾਂ ਤੇ ਕਿਸਾਨ ਜਿਹੜੇ ਹੈ ਉਹ ਦਾਅਵਾ ਕਰ ਰਹੇ ਹੈ, ਰੋਕਾਂ ਲਗਾ ਰਹੇ ਹੈ ਕਿ ਸਾਨੂੰ ਜ਼ਮੀਨ ਦਾ ਜਿਹੜਾ ਮੁੱਲ ਹੈ ਉਹ ਵਾਜਬ ਦਿਓ, ਨਹੀਂ ਮੁੱਲ ਸਾਨੂੰ ਮਿਲ ਰਿਹਾ ਜੋ ਚਾਹੀਦਾ ਹੈ। ਤਰਨਤਾਰਨ ਦੇ ਕਿਸਾਨ ਇਸ ਗੱਲ ਤੇ ਸਾਫ਼ ਤੌਰ ਦੇ ਉੱਪਰ ਅੜ ਚੁੱਕੇ ਨੇ। ਹੁਣ ਨਜ਼ਰ ਮਾਰਦੇ ਹਾਂ ਕਿ ਕਿਹੜੇ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨਾ ਕੰਮ ਹੋ ਗਿਆ ਤੇ ਕਿੰਨਾ ਪੈਂਡਿੰਗ ਪਿਆ ਹੋਇਆ। ਸਭ ਤੋਂ ਪਹਿਲਾਂ ਗੱਲ ਕਰਾਂਗੇ ਲੁਧਿਆਣਾ ਦੀ। ਇਸ ਪ੍ਰੋਜੈਕਟ ਦੇ ਤਹਿਤ ਲੁਧਿਆਣਾ ਰੇਂਜ ਪੈਕੇਜ 8 ਅਤੇ ਪੈਕੇਜ 9 ਅਧੀਨ ਆਉਂਦਾ ਹੈ, ਜਿਸ ਦੇ ਵਿੱਚ ਤਕਰੀਬਨ 22.66 ਕਿਲੋਮੀਟਰ ਤੇ 16.29 ਕਿਲੋਮੀਟਰ ਹਿੱਸੇ ਦਾ ਨਿਰਮਾਣ ਕੀਤਾ ਜਾਣਾ ਹੈ। ਪੈਕੇਜ 8 ਦੇ ਵਿੱਚ ਸਿਰਫ 15% ਹੀ ਕੰਮ ਮੁਕੰਮਲ ਹੋਇਆ, ਜਦੋਂ ਕਿ ਪੈਕੇਜ 9 ਦੇ ਵਿੱਚ ਸਿਰਫ 35% ਹੀ ਕੰਮ ਪੂਰਾ ਹੋ ਸਕਿਆ। ਜੇਕਰ ਅਸੀਂ ਦੋਵਾਂ ਨੂੰ ਮਿਲਾ ਦਿੰਦੇ ਹਾਂ, ਪੈਕੇਜ 8 ਤੇ 9 ਨੂੰ, ਤਾਂ ਦੇਖਿਆ ਜਾਂਦਾ ਹੈ ਕਿ 25% ਹੀ ਕੰਮ ਹੋਇਆ ਇੱਥੇ ਲੁਧਿਆਣਾ ਦੇ ਵਿੱਚ। ਜਲੰਧਰ ਐਕਸਪ੍ਰੈਸਵੇ ਦਾ ਤਕਰੀਬਨ 90 ਕਿਲੋਮੀਟਰ ਦਾ ਹਿੱਸਾ ਜਲੰਧਰ ਦੇ ਵਿੱਚੋਂ ਲੰਘਣਾ ਹੈ। ਜਲੰਧਰ ਦੇ ਵਿੱਚ ਇਹ ਫਲੌਰ ਤੋਂ ਐਂਟਰ ਹੋਏਗਾ ਅਤੇ ਨੂਰ ਮਹਿਲ ਪਾਰ ਕਰਕੇ ਨਕੋਦਰ ਵਿੱਚ ਆ ਕੇ 2 ਹਿੱਸਿਆਂ ਦੇ ਵਿੱਚ ਵੰਡ ਜਾਏਗਾ। ਇਸ ਦਾ ਇੱਕ ਹਿੱਸਾ ਗੋਇੰਦਵਾਲ ਸਾਹਿਬ ਵੱਲ ਜਾਏਗਾ ਅਤੇ ਦੂਸਰਾ ਹਿੱਸਾ ਕਰਤਾਰਪੁਰ ਦੇ ਰਸਤੇ ਕਪੂਰਥਲਾ ਪਾਰ ਕਰਕੇ ਜੰਮੂ ਵੱਲ ਜੋੜਿਆ ਜਾਏਗਾ। ਇਸ ਪ੍ਰੋਜੈਕਟ ਦੇ ਤਹਿਤ ਸਭ ਤੋਂ ਵੱਡਾ ਪੁਲ ਜਿਹੜਾ ਹੈ ਉਹ ਫਿਲੌਰ ਦੇ ਸਤਲੁਜ ਤੇ ਬਣਾਇਆ ਜਾਵੇਗਾ ਤੇ ਦੂਸਰਾ ਵੱਡਾ ਪੁਲ ਨਕੋਦਰ ਰੋਡ ਤੇ ਕੰਗ ਸਾਬੂ ਨੇੜੇ ਬਣਾਇਆ ਜਾਣਾ ਹੈ। ਫਿਲਹਾਲ ਜਲੰਧਰ ਵਾਲੇ ਹਿੱਸੇ ਦਾ ਕੰਮ ਅਗਲੇ ਸਾਲ ਦੇ ਅੰਤ ਤੱਕ ਪੂਰਾ ਹੋ ਸਕਦਾ ਹੈ। ਪ੍ਰੋਜੈਕਟ ਦੀ DPR ਨੂੰ 2020 ਦੇ ਵਿੱਚ ਅੰਤਿਮ ਰੂਪ ਦਿੱਤਾ ਗਿਆ ਸੀ। ਜ਼ਮੀਨ ਐਕਵਾਇਰ ਜਿਹੜੀ ਹੈ ਦੇਰੀ ਦੇ ਨਾਲ ਹੋਣ ਦੇ ਕਰਕੇ 1 ਸਾਲ ਦੇ ਵਿੱਚ ਕੰਮ ਜਿਹੜਾ ਹੈ ਉਹ ਸ਼ੁਰੂ ਹੋਇਆ ਸੀ, 1 ਸਾਲ ਦੇਰੀ ਦੇ ਨਾਲ। ਅੱਗੇ ਆ ਜਾਂਦਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਸ ਦੀ ਲੰਬਾਈ ਤਕਰੀਬਨ 43 ਕਿਲੋਮੀਟਰ ਹੈ। ਹਾਈਵੇ ਦੇ ਨਿਰਮਾਣ ਦੇ ਲਈ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਤੋਂ ਸਿਰਫ 70% ਜ਼ਮੀਨ ਐਕਵਾਇਰ ਕੀਤੀ ਗਈ ਹੈ, ਜਦੋਂ ਕਿ 30% ਜ਼ਮੀਨ ਫਸੀ ਪਈ ਹੈ। ਇਸ ਤੋਂ ਬਾਅਦ ਹੀ ਇੱਥੇ ਕੰਮ ਪੂਰਾ ਹੋ ਸਕਦਾ ਹੈ ਜੇਕਰ ਕਿਸਾਨ ਆਪਣੀ ਜ਼ਮੀਨ ਦੇ ਦਿੰਦੇ ਆ। ਅੰਮ੍ਰਿਤਸਰ ਤਰਨਤਾਰਨ ਦੇ 30 ਕਿਲੋਮੀਟਰ ਖੇਤਰ ਦਾ ਕੰਮ ਪੂਰਾ ਨਹੀਂ ਹੋ ਰਿਹਾ। ਇਸ ਦਾ ਕਾਰਨ ਇਹ ਹੈ ਕਿ 30 ਕਿਲੋਮੀਟਰ ਦੇ ਦਾਇਰੇ ਵਿੱਚ ਜ਼ਮੀਨ ਦਾ ਮਾਮਲਾ ਕਲੀਅਰ ਨਹੀਂ ਹੋਇਆ। ਮਾਨਾਵਾਲਾ ਦੇ ਪਿੰਡ ਵਡਾਲੀ ਡੋਗਰਾ ਦੇ ਵਿੱਚ ਕਿਸਾਨਾਂ ਨੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ਦੇ ਵਿੱਚ ਇੱਥੇ ਕੰਮ ਨੂੰ ਸਮੇਂ ਸਿਰ ਪੂਰਾ ਕਰਨਾ ਸੰਭਵ ਨਹੀਂ ਜਾਪਦਾ। ਇਸ ਦੇ ਨਾਲ ਹੀ ਮਾਨਾਵਾਲਾ ਚੌਂਕ ਤੋਂ ਅੰਮ੍ਰਿਤਸਰ ਹਾਈਵੇ ਹਵਾਈ ਅੱਡੇ ਤੱਕ ਦਾ ਕੰਮ ਜਿਹੜਾ ਹੈ ਅਕਤੂਬਰ 2024 ਤੱਕ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ। ਹੋ ਸਕਦਾ ਹੈ ਇਹ ਪੂਰਾ ਹੋ ਜਾਵੇ। ਅਕਤੂਬਰ 2022 ਦੇ ਵਿੱਚ ਇੱਥੇ ਕੰਮ ਸ਼ੁਰੂ ਕੀਤਾ ਗਿਆ ਸੀ। ਹੁਣ ਇਹ ਜੋ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਹੈ, ਜੇਕਰ ਇਸ ਦਾ ਨਿਰਮਾਣ ਹੋ ਜਾਂਦਾ ਹੈ ਤਾਂ ਇਸ ਦੇ ਫਾਇਦੇ ਕੀ ਹੋਣਗੇ? ਤਾਂ ਇਸ ਦੇ ਨਾਲ ਜੋ ਐਕਸਪ੍ਰੈਸਵੇ ਬਣ ਰਿਹਾ, ਇਸ ਦੇ ਨਾਲ ਦਿੱਲੀ ਤੇ ਕਟੜਾ ਦੇ ਵਿਚਕਾਰ ਜਿਹੜੀ ਦੂਰੀ ਹੈ 727 ਕਿਲੋਮੀਟਰ ਦੀ, ਇਹ ਘਟ ਕੇ 588 ਕਿਲੋਮੀਟਰ ਰਹਿ ਜਾਏਗੀ। ਦਿੱਲੀ ਤੋਂ ਅੰਮ੍ਰਿਤਸਰ ਦੀ ਜਿਹੜੀ ਦੂਰੀ 450 ਕਿਲੋਮੀਟਰ ਦੀ ਹੈ, ਇਹ 405 ਕਿਲੋਮੀਟਰ ਰਹਿ ਜਾਏਗੀ। ਲੰਬਾ ਚੌੜਾ ਹਾਈਵੇ ਹੋਏਗਾ। ਇਸ ਦੇ ਮੁਕੰਮਲ ਹੋਣ ਤੋਂ ਬਾਅਦ ਅਸੀਂ ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਜਿਹੜੀ ਹੈ ਉਹ 4 ਘੰਟਿਆਂ ਦੇ ਵਿੱਚ ਤੈਅ ਕਰ ਸਕਾਂਗੇ। ਜੇਕਰ ਤੁਸੀਂ ਜਾਂ ਅਸੀਂ ਸਵੇਰੇ 6 ਵਜੇ ਕਾਰ ਦੇ ਰਾਹੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੇ ਲਈ ਰਵਾਨਾ ਹੁੰਦੇ ਹਾਂ ਤਾਂ ਦੁਪਹਿਰ 12 ਵਜੇ ਤੱਕ ਕਟੜਾ ਪਹੁੰਚ ਸਕਦੇ ਹਾਂ। ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ
ਜੰਮੂ ਕਸ਼ਮੀਰ ਦੇ ਜਿਹੜੇ ਸੂਬੇ ਹੈ ਇਹਨਾਂ ਦੇ ਵਿੱਚ ਸੰਪਰਕ ਜਿਹੜਾ ਮਜ਼ਬੂਤ ਹੋਏਗਾ, ਵਪਾਰਕ ਤੌਰ ਦੇ ਉੱਪਰ ਵੀ ਮਜ਼ਬੂਤੀ ਮਿਲੇਗੀ।